न्यू टॉपिक स्टार्ट करन लगे हैं दैट इज़ ह्यूमस न्यू टॉपिक स्टार्ट करन लगे हैं हुण दैट इज़ ह्यूमन नर्वस सिस्टम। ह्यूमन नर्वस सिस्टम की है? ह्यूमन नर्वस सिस्टम मेनली 3 पार्ट्स का बनिया होंदा है। सेंट्रल नर्वस सिस्टम, पैरीफेरल नर्वस सिस्टम ते ऑटोनॉमिक नर्वस सिस्टम। ठीक है, ये तिन्ने पार्ट्स नूं जोड़ के अपना एक पूरा ह्यूमन नर्वस सिस्टम बनता है। ठीक है, सब तो पहले वन बाय वन आप रीड करते हैं कि CNS दैट इज सेंट्रल नर्वस सिस्टम, PNS पैरीफेरल नर्वस सिस्टम ते ANS की होंदे है। ठीक है, फर्स्ट है अपने कोल सेंट्रल नर्वस सिस्टम। सेंट्रल नर्वस सिस्टम का मतलब की है ब्रेन ते स्पाइनल कॉर्ड नूं जोड़ के। सेंट्रल नर्वस सिस्टम मतलब की है जो आप ब्रेन ते स्पाइनल कॉर्ड नूं जोड़ दिंदे हैं। मतलब इधर देखो डायग्राम चो ए कोलैबोरेशन ऑफ ब्रेन एंड स्पाइनल कॉर्ड विल गिव यू CNS। CNS का मतलब की है सेंट्रल नर्वस सिस्टम। ठीक है, वन बाय वन आप रीड करते हैं ब्रेन का फंक्शन की होंदा है सेंट्रल नर्वस सिस्टम के विच ते स्पाइनल कॉर्ड का फंक्शन की होंदा है। सब तो पहला गल आ गई ब्रेन की। तो ब्रेन की है? ब्रेन एक कंट्रोलिंग पार्ट है नर्वस सिस्टम का, जो नर्वस सिस्टम नूं कंट्रोल करना है। जो भी एक्शनस वगैरह होने हैं वो सारे कौन कंट्रोल करता है? ब्रेन। ब्रेन है जिहड़ा वो 3 मैंबरेन्स नाल प्रोटैक्ट होंदा है। अपने की है ਸਕਲ ਦੇ ਅੰਦਰ ब्रेन होंदा है। ਸਕਲ मतलब ਜਿਹੜੀ अपनी खोपड़ी ਹੁੰਦੀ है ਬੋਨੀ ਸਟਰਕਚਰ, ਉਹਦੇ ਅੰਦਰ ਕੀ ਹੁੰਦਾ ਆਪਣਾ ब्रेन ਹੁੰਦਾ है। ठीक है, ਤਾਂ ਜਿਹੜਾ 3 ਮੈਂਬਰੇਨਾਂ ਨੂੰ ਮਤਲਬ ਕਿ ਪ੍ਰੋਟੈਕਟ ਕਰਕੇ ਰੱਖਿਆ ਹੁੰਦਾ ਉਹਨਾਂ ਨੂੰ ਮੈਂਗਨੀਜ਼ ਬੋਲਦੇ ਆ 3 ਮੈਂਬਰੇਨਸ ਨੂੰ। ਤੇ ਉਸ ਤੋਂ ਬਾਅਦ ਜਿਹੜਾ ਇਹ ਬ੍ਰੇਨ ਹੈ ਇਹ ਬੋਨੀ ਸਟਰਕਚਰ ਜਾਂ ਸਕਲ ਦੇ ਅੰਦਰ ਕੀ ਹੈ ਪ੍ਰੈਜ਼ੈਂਟ ਹੁੰਦਾ ਹੈ। ਬੋਨੀ ਬ੍ਰੇਨ ਕੇਸ ਕਰੈਨਮ ਜਾਂ ਸਕਲ ਇੱਕੋ ਹੀ ਚੀਜ਼ ਹੈ। ਠੀਕ ਹੈ, ਜਿਹੜੀ ਆਪਣੀ ਖੋਪੜੀ ਹੁੰਦੀ ਹੈ ਉਹਦੇ ਅੰਦਰ ਕੀ ਹੁੰਦਾ ਬ੍ਰੇਨ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਬ੍ਰੇਨ ਦੇ ਵਿੱਚ ਕੀ ਹੈ 2 ਤਰ੍ਹਾਂ ਦੇ ਮੈਟਰ ਹੁੰਦੇ ਆ, ਗ੍ਰੇ ਮੈਟਰ ਤੇ ਵਾਈਟ ਮੈਟਰ। ਦੇਖੋ ਗ੍ਰੇ ਤੇ ਵਾਈਟ ਮੈਟਰ ਦਾ ਮਤਲਬ ਕੀ ਹੁੰਦਾ ਹੈ, ਮੈਂ ਇੱਕ ਡਾਇਗਰਾਮ ਬਣਾਉਣ ਲੱਗੀ ਹਾਂ ਨਿਊਰੋਨ ਦੀ। ਇਹ ਆਪਣਾ ਨਿਊਰੋਨ ਰਫ ਡਾਇਗਰਾਮ ਇੱਦਾਂ ਦੀ ਹੁੰਦੀ ਹੈ ਨਾ, ਜਿਹ 'ਚ ਐਗਜ਼ਨਸ ਹੁੰਦੇ ਆ, ਸੈੱਲ ਬੋਡੀ ਹੁੰਦੀ ਹੈ ਤੇ ਡੈਂਡਰਾਈਟਸ ਹੁੰਦੇ ਆ। ਠੀਕ ਹੈ, ਗ੍ਰੇ ਮੈਟਰ ਕੀ ਹੁੰਦਾ ਹੈ? ਗ੍ਰੇ ਮੈਟਰ ਬਣਿਆ ਹੁੰਦਾ ਆ ਸੈੱਲ ਬੋਡੀ ਤੋਂ। ਸੈੱਲ ਬੋਡੀ ਤੋਂ ਕੀ ਬਣਿਆ ਹੁੰਦਾ ਗ੍ਰੇ ਮੈਟਰ, ਤੇ ਜਿਹੜਾ ਵੀ ਪਿੱਛੇ ਐਗਜ਼ਨਸ ਰਹਿ ਗਏ ਜਾਂ ਸੈੱਲ ਟਰਮੀਨਲਸ ਰਹਿ ਗਏ ਉਹ ਤੋਂ ਕੀ ਬਣਿਆ ਹੁੰਦਾ ਵਾਈਟ ਮੈਟਰ। ਠੀਕ ਹੈ, ਤਾਂ ਗ੍ਰੇ ਮੈਟਰ ਇਜ਼ ਕੰਪੋਜ਼ਡ ਆਫ ਸੈੱਲ ਬੋਡੀ। ਸੈੱਲ ਬੋਡੀ ਤੋਂ ਬਣਿਆ ਹੁੰਦਾ ਗ੍ਰੇ ਮੈਟਰ, ਤੇ ਵਾਈਟ ਮੈਟਰ ਬਣਿਆ ਹੁੰਦਾ ਐਗਜ਼ਨਸ ਤੇ ਐਗਜ਼ਨਸ ਟਰਮੀਨਲਸ ਤੱਕ ਸਾਰੀ ਕੀ ਹੁੰਦੀ ਹੈ ਵਾਈਟ ਮੈਟਰ। ਠੀਕ ਹੈ, ਜਿਹੜਾ ਗ੍ਰੇ ਮੈਟਰ ਹੈ ਉਹ ਆਊਟਰ ਲੇਅਰ ਆਫ ਬ੍ਰੇਨ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਬ੍ਰੇਨ ਦੇ ਆਊਟਰ ਲੇਅਰ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈ? ਗ੍ਰੇ ਮੈਟ੍ਰਿਕਸ, ਜਿਹਦੇ ਵਿੱਚ ਸਾਰੀ ਸੈੱਲ ਬੋਡੀ ਵਾਲਾ ਆ ਜਾਊਗਾ ਚੀਜ਼। ਐਂਡ ਇਹਦੇ ਵਿੱਚ ਮੇਨਲੀ ਕੀ ਹੈ ਸੈੱਲ ਬੋਡੀਜ਼ ਆਫ ਨਿਊਰੋਨਸ ਹੁੰਦੇ ਆ। ਮੈਂ ਪਹਿਲੇ ਦੱਸ ਚੁੱਕੀ ਹਾਂ ਕਿ ਜਿਹੜਾ ਗ੍ਰੇ ਮੈਟਰ ਹੈ ਉਹਦੇ ਵਿੱਚ ਸੈੱਲ ਬੋਡੀਜ਼ ਆਫ ਨਿਊਰੋਨ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ, ਕਿਉਂਕਿ ਬ੍ਰੇਨ ਦੇ ਵਿੱਚ ਕੋਈ 1 ਜਾਂ 2 ਨਿਊਰੋਨਸ ਨਹੀਂ ਹੁੰਦੇਗੇ, ਬ੍ਰੇਨ ਕਾਫੀ ਨਿਊਰੋਨਸ ਨੂੰ ਜੋੜ ਕੇ ਬਣਿਆ ਹੁੰਦਾ। ਕਾਫੀ ਸਾਰੇ ਨਿਊਰੋਨਸ ਲੈ ਲਓ ਇੱਦਾਂ ਕੰਬਾਈਨਡ ਨਿਊਰੋਨਸ, ਤਾਂ ਉਹ ਬਣਿਆ ਹੁੰਦਾ ਟੋਟਲ ਬ੍ਰੇਨ। ਤਾਂ ਹੁਣ ਜਿਹੜੇ ਉਹ ਸਾਰੇ ਨਿਊਰੋਨਸ ਦੇ ਸੈੱਲ ਬੋਡੀ ਹੈ ਨਾ ਉਹ ਸਾਰੇ ਕਾਹਦੇ 'ਚ ਹੋਣਗੇ? ਕੰਪੋਜ਼ਡ ਕਾਹਦੇ 'ਚ ਹੋਣਗੇ? ਗ੍ਰੇ ਮੈਟਰ ਦੇ ਵਿੱਚ। ਠੀਕ ਹੈ, ਜਿਹੜੀ ਇਨਰ ਲੇਅਰ ਹੁੰਦੀ ਹੈ, ਜਿਹੜੀ ਆ ਇਨਰ ਲੇਅਰ ਹੈ ਸੈਂਟਰਲ ਲੇਅਰ ਆ ਗਈ ਆਪਣੇ ਕੋਲ ਬ੍ਰੇਨ ਦੀ, ਉਹ ਬਣੀ ਹੁੰਦੀ ਹੈ ਵਾਈਟ ਮੈਟਰ ਦੀ। ਤਾਂ ਵਾਈਟ ਮੈਟਰ ਵਿੱਚ ਮੇਨਲੀ ਕੀ ਹੁੰਦਾ ਐਗਜ਼ਨਸ ਹੁੰਦੇ ਆ ਜਾਂ ਐਗਜ਼ਨਸ ਟਰਮੀਨਲ ਵਗੈਰਾ ਹੁੰਦੇ ਆ ਜਿਹੜੇ ਕਿ ਨਰਵਸ ਨੂੰ ਜੋੜਦੇ ਆ ਗਾਂ ਦੀ ਗਾਂ। ਠੀਕ ਹੈ, ਤਾਂ ਕੀ ਹੋ ਗਿਆ ਗ੍ਰੇ ਮੈਟਰ ਹੋ ਗਿਆ ਐਂਡ ਵਾਈਟ ਮੈਟਰ ਹੋ ਗਿਆ। ਗ੍ਰੇ ਮੈਟਰ ਕਿੱਥੇ ਪ੍ਰੈਜ਼ੈਂਟ ਹੁੰਦਾ? ਉਹਦੀ ਆਊਟ ਲੇਅਰ ਤੇ ਜਿਹੜਾ ਵਾਈਟ ਮੈਟਰ ਹੁੰਦਾ ਉਹ ਇਨਸਾਈਡ ਪ੍ਰੈਜ਼ੈਂਟ ਹੁੰਦਾ। ਕਲੀਅਰ? ਨੈਕਸਟ ਆ ਗਿਆ ਆਪਣੇ ਕੋਲ ਪਾਰਟਸ ਆਫ ਬ੍ਰੇਨ। ਹੁਣ ਜਿਹੜਾ ਆਪਾਂ ਬ੍ਰੇਨ ਪੜ੍ਹਨ ਲੱਗੇ ਆ, ਜਿਹੜਾ ਆਪਾਂ ਬ੍ਰੇਨ ਦੀ ਡਾਇਗਰਾਮ ਦੇਖੀ ਸੀ, ਇਹ ਬ੍ਰੇਨ ਦੇ ਡਾਇਗਰਾਮ 'ਚ ਕਾਫੀ ਪਾਰਟਸ ਹੁੰਦੇ ਆ। ਦੇਖੋ ਪਾਰਟਸ ਕਲੀਅਰ ਹੀ, ਫਸਟ ਹੈਗਾ ਸੈਰੀਬਰਮ, ਦੂਜਾ ਹੁੰਦਾ ਸੈਰੀਬਲਮ ਜੋ ਨੀਚੇ ਨੂੰ ਹੋਏਗਾ ਇੱਕ, ਜਿਵੇਂ ਆ ਰਿਹਾ ਸੈਰੀਬਲਮ। ਇੱਕ ਇਹਦੇ ਵਿੱਚ ਹੁੰਦੇ ਆ ਪੌਨਸ, ਮੈਡੂਲਾ ਓਬਲੰਗੇਟਾ, ਇਹ ਆਪਾਂ ਅੱਗੇ ਪੜ੍ਹਦੇ ਹਾਂ ਕੀ ਹੁੰਦਾ। ਤਾਂ ਇਹ ਸਾਰੇ ਕੀ ਹੁੰਦੇ ਆ ਮਤਲਬ ਕਿ ਪ੍ਰੈਜ਼ੈਂਟ ਹੁੰਦੇ ਆ ਬ੍ਰੇਨ ਦੇ ਵਿੱਚ, ਪਾਰਟਸ ਹੁੰਦੇ ਆ ਬ੍ਰੇਨ ਦੇ ਵਿੱਚ। ਵਨ ਬਾਏ ਵਨ ਆਪਾਂ ਰੀਡ ਕਰਾਂਗੇ। ਸਭ ਤੋਂ ਪਹਿਲਾਂ ਕੀ ਹੁੰਦਾ 3 ਮੇਨ ਪਾਰਟਸ ਹੁੰਦੇ ਆ ਬ੍ਰੇਨ ਦੇ। ਫਸਟ ਮੇਨ ਪਾਰਟ ਹੁੰਦਾ ਸੈਰੀਬਰਮ, ਦੂਜਾ ਹੁੰਦਾ ਸੈਰੀਬਲਮ, ਤੇ ਥਰਡ ਆਪਾਂ ਰੀਡ ਕਰਨਾ ਹੈ ਮੈਡੂਲਾ ਓਬਲੋਂਗੇਟਾ। ਠੀਕ ਹੈ, ਤਾਂ ਸੈਰੀਬਰਮ ਕੀ ਹੁੰਦਾ ਹੈ? ਸੈਰੀਬਰਮ ਜਿਹੜਾ ਹੁੰਦਾ ਲਾਰਜੈਸਟ ਪਾਰਟ ਹੁੰਦਾ ਬ੍ਰੇਨ ਦਾ। ਆ ਦੇਖੋ ਸੈਰੀਬਰਮ ਹੈ ਜਿਹੜਾ ਉਹ ਲਾਰਜੈਸਟ ਪਾਰਟ ਹੈ ਬ੍ਰੇਨ ਦਾ, ਆਹ ਵਾਲਾ ਇਹ ਸਾਰਾ ਸੈਰੀਬਰਮ ਹੈ। ਠੀਕ ਹੈ, ਲਾਰਜੈਸਟ ਪਾਰਟ ਹੈ ਜਿਹੜਾ ਬ੍ਰੇਨ ਦਾ। ਮੋਸਟ ਹਾਈਲੀ ਡਿਵੈਲਪਡ ਪਾਰਟ ਆਫ ਬ੍ਰੇਨ, ਜਿਹੜਾ ਪ੍ਰੋਪਰਲੀ ਹਾਈਲੀ ਡਿਵੈਲਪਡ ਪਾਰਟ ਹੈ ਬ੍ਰੇਨ ਦਾ, ਜਿੱਥੇ ਸਾਰੇ ਫੰਕਸ਼ਨਸ ਵਗੈਰਾ ਹੁੰਦੇ ਆ, ਉਹ ਕੀ ਹੁੰਦਾ ਸੈਰੀਬਰਮ। ਠੀਕ ਹੈ, ਸੈਰੀਬਰਮ ਜਿਹੜਾ ਹੁੰਦਾ ਉਹ ਹੁਣ 2 ਹਾਫਸ ਦੇ ਵਿੱਚ ਡਿਵਾਈਡ ਹੁੰਦਾ। ਆ ਦੇਖੋ
ਇੱਕ ਹੁੰਦਾ ਲੈਫਟ ਹੈਮੀਸਫੀਅਰ ਦੇ ਵਿੱਚ, ਇੱਕ ਹੁੰਦਾ ਰਾਈਟ ਹੈਮੀਸਫੀਅਰ ਦੇ ਵਿੱਚ। ਅਤੇ ਇਹਨਾਂ ਨੂੰ ਦੋ ਹਾਫਸ ਨੂੰ ਡਿਵਾਈਡ ਕਰਨ ਲਈ ਸੈਂਟਰਲ 'ਚ ਇੱਕ ਇੱਦਾਂ ਦੀ ਲੋਬ ਹੁੰਦੀ ਹੈ, ਆਹ ਵਾਲੀ ਸੈਂਟਰਲ 'ਚ ਇੱਕ ਲੋਬ ਹੁੰਦੀ ਹੈ। ਪੜ੍ਹਦੇ ਆਪਾਂ 1 by 1 ਕੀ ਹੁੰਦਾ। ਇਟ ਇਜ਼ ਡਿਵਾਈਡਡ ਇਨਟੂ ਰਾਈਟ ਐਂਡ ਲੈਫਟ ਹਾਫ। ਜਿਹੜਾ ਇੱਕ ਸੈਰੀਬਰਮ ਹੁੰਦਾ, ਜਦੋਂ ਆਪਾਂ ਦੀ ਸਟਰਕਚਰ ਡੀਪ ਦੇਖੀਏ ਤਾਂ ਦੋ ਪਾਰਟਸ ਵਿੱਚ ਡਿਵਾਈਡ ਹੈ, ਲੈਫਟ ਹੈਮੀਸਫੀਅਰ ਅਤੇ ਰਾਈਟ ਹੈਮੀਸਫੀਅਰ। ਅਤੇ ਇਹਨਾਂ ਹਾਫਸ ਆਫ ਦਾ ਬ੍ਰੇਨ ਨੂੰ ਆਪਾਂ ਬੋਲਦੇ ਹਾਂ ਸੈਰੀਬਰਲ ਹੈਮੀਸਫੀਅਰ। ਸੈਰੀਬਰਲ ਹੈਮੀਸਫੀਅਰ ਬੋਲਦੇ ਦੋਨੋਂ ਹਾਫਸ ਨੂੰ। ਈਚ ਹੈਮੀਸਫੀਅਰ ਜਿਹੜਾ ਹੁੰਦਾ ਹੋਲੋ ਹੁੰਦਾ। ਹੋਲੋ ਮੀਨਸ ਅੰਦਰੋਂ ਜਿਹੜਾ ਡੀਪ ਇਨਸਾਈਡ ਥੋੜ੍ਹਾ ਖਾਲੀ ਹੁੰਦਾ। ਤਾਂ ਜਿਹੜੀ ਲੇਅਰ ਹੁੰਦੀ ਹੈ, ਦ ਲੇਅਰ ਆਫ ਗ੍ਰੇ ਮੈਟਰ ਇਨ ਇਟਸ ਵਾਲ ਇਜ਼ ਹਾਈਲੀ ਫੋਲਡਡ। ਦੇਖੋ ਜਿਹੜਾ ਆਪਣਾ ਬ੍ਰੇਨ ਹੁੰਦਾ ਨਾ, ਬ੍ਰੇਨ ਦੇ ਵਿੱਚ ਆ ਫੋਲਡਸ ਹੈ, ਇੱਥੇ ਦੇਖੋ ਫੋਲਡਸ ਹੈ ਨਾ। ਇਹ ਜਿਹੜਾ ਗ੍ਰੇ ਮੈਟਰ ਹੁੰਦਾ ਉਹ ਇਹਨਾਂ ਫੋਲਡਸ ਵਿੱਚ ਇਨਕਲੋਜ਼ਡ ਹੁੰਦਾ। ਠੀਕ ਹੈ, ਗ੍ਰੇ ਮੈਟਰ ਇਨ ਫੋਲਡਸ ਵਿੱਚ ਹੁੰਦਾ, ਆਊਟਰ ਲੇਅਰ 'ਚ ਹੁੰਦਾ। ਅਤੇ ਜਿਹੜਾ ਵਾਈਟ ਮੈਟਰ ਹੁੰਦਾ ਉਹ ਪ੍ਰੈਜੈਂਟ ਡੀਪ ਇਨਸਾਈਡ ਪ੍ਰੈਜੈਂਟ ਹੁੰਦਾ। ਕਲੀਅਰ। ਐਂਡ ਹੈਜ਼ ਲਾਰਜ ਨੰਬਰ ਆਫ ਨਿਊਰੋਨਸ। ਕਿਉਂਕਿ ਜਿਹੜੇ ਬ੍ਰੇਨ ਦੇ ਵਿੱਚ ਕਾਫੀ ਸਾਰੇ ਫੋਲਡਸ ਹੁੰਦੇ ਆ, ਇੱਦਾਂ ਕਰਕੇ ਕਾਫੀ ਸਾਰੇ ਫੋਲਡਸ ਹੋਣ ਕਰਕੇ ਕੀ ਹੈ, ਇਹਦੇ ਵਿੱਚ ਬਹੁਤ ਸਾਰੇ ਨੰਬਰ ਆਫ ਨਿਊਰੋਨਸ ਕੀ ਹੈ ਰਿਮੇਨ, ਮਤਲਬ ਅੰਦਰ ਰਹਿ ਸਕਦੇ ਆ। ਦੇਖੋ ਫੋਰ ਐਗਜ਼ਾਮਪਲ ਆਪਣੇ ਕੋਲ ਇੱਕ ਟੈਚੀ ਹੈ। ਟੈਚੀ ਦੇ ਵਿੱਚ ਅਗਰ ਤਾਂ ਜੇ ਆਪਾਂ ਕੱਪੜੇ ਇੱਦਾਂ ਪੂਰੇ ਖਿਲਾਰ ਕੇ ਪਾ ਰਹੇ ਹਾਂ ਤਾਂ ਉਹਦੇ ਵਿੱਚ ਘੱਟ ਕੱਪੜੇ ਆਉਣਗੇ। ਜੇ ਮੈਂ ਉਹੀ ਕੱਪੜਿਆਂ ਨੂੰ ਪ੍ਰੋਪਰਲੀ ਤੈਅ ਮਾਰ ਕੇ ਲਾਊਂਗੀ, ਪ੍ਰੋਪਰਲੀ ਇਹਨੂੰ ਫੋਲਡ ਕਰਕੇ ਪਾ ਰਹੀ ਹੈ, ਤਾਂ ਫੋਲਡ ਕਰਨ ਦੇ ਮੇਰੇ ਕੋਲ ਜ਼ਿਆਦਾ ਅਮਾਊਂਟ ਆਫ ਕੱਪੜੇ ਪੈਣਗੇ ਉਸ ਟੈਚੀ ਵਿੱਚ। ਤਾਂ ਸੇਮ ਉਵੇਂ ਹੀ ਹੈ ਕਿ ਜਿਹੜਾ ਆਪਣਾ ਸੈਰੀਬਰਮ ਹੁੰਦਾ ਨਾ, ਸੈਰੀਬਰਮ ਵਿੱਚ ਬਹੁਤ ਜ਼ਿਆਦਾ ਫੋਲਡਸ ਹੁੰਦੇ ਆ, ਬਹੁਤ ਜ਼ਿਆਦਾ ਫੋਲਡਸ ਇਨਕਲੋਜ਼ਡ ਹੋਣ ਕਰਕੇ ਉਹਦੇ ਵਿੱਚ ਨਿਊਰੋਨਸ ਕਾਫੀ ਇਨਕਲੋਜ਼ਡ ਹੁੰਦੇ ਆ। ਠੀਕ ਹੈ, ਤਾਂ ਫੋਲਡਸ ਜਾਂ ਗਰੂਵਸ ਜਿਹੜੇ ਹੁੰਦੇ ਆ ਉਹਨਾਂ ਨੂੰ ਗਾਇਰੀ ਜਾਂ ਸਿਲਕਿਆਈ ਵੀ ਬੋਲਦੇ ਆ ਆਪਾਂ। ਗਾਇਰੀ ਜਾਂ ਸਿਲਕਿਆਈ, ਜਾਂ ਇਹਨੂੰ ਗਾਇਰਸ ਜੇ ਆਪਾਂ ਪਲੂਰਲ ਸਿੰਗੂਲਰ ਦੀ ਗੱਲ ਕਰੀਏ ਤਾਂ ਗਾਇਰਸ, ਜੇ ਇਹਨੂੰ ਸਿੰਗੂਲਰ ਦੀ ਗੱਲ ਕਰੀਏ ਤਾਂ ਸਲਕਸ। ਇਹ ਹੁੰਦੀ ਇਹਨਾਂ ਦੀ ਪਲੂਰਲ ਫਾਰਮ, ਇਹ ਹੁੰਦੀ ਇਹਨਾਂ ਦੀ ਸਿੰਗੂਲਰ ਫਾਰਮ। ਠੀਕ ਹੈ, ਗਾਇਰੀ ਅਤੇ ਸਲਕਸ। ਗਾਇਰੀ ਅਤੇ ਸਲਕਸ ਦਾ ਮੇਨ ਕੰਮ ਕੀ ਹੁੰਦਾ ਹੈ, ਇਹ ਹੁੰਦੇ ਜਿਹੜੇ ਫੋਲਡਸ ਪ੍ਰੋਵਾਈਡ ਕਰਦੇ ਆ। ਜੋ ਵੀ ਫੋਲਡ ਜਾਂ ਗਰੂਵਸ ਹੁੰਦੇ ਆ ਨਾ, ਉਹ ਗਾਇਰੀ ਜਾਂ ਸਲਕਸ ਦੇ ਬਣੇ ਹੁੰਦੇ ਆ, ਤਾਂ ਜੋ ਕਿ ਉਹਦੇ ਵਿੱਚ ਨਿਊਰੋਨਸ ਜਿਹੜੇ ਹੁੰਦੇ ਆ ਲਾਰਜ ਨੰਬਰ ਵਿੱਚ ਇਨਕਲੋਜ਼ਡ ਫੋਲਡ ਹੋ ਸਕਣ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ। ਵੈਸੇ ਇਹ ਵੀ ਗੱਲ ਹੁੰਦੀ ਹੈ ਕਿ ਅਗਰ ਸੁਣਿਆ ਹੋਇਆ ਕਿ ਅਗਰ ਗਾਇਰਸ ਕਿਸੇ ਬ੍ਰੇਨ ਵਿੱਚ ਜ਼ਿਆਦਾ ਹੋਣ ਨਾ, ਗਾਇਰਸ ਮਤਲਬ ਹੁੰਦਾ ਜਿਹੜੇ ਹੁੰਦੇ ਉੱਪਰਲੀ ਲੇਅਰ। ਆ ਦੇਖੋ ਜਿਹੜੇ ਉੱਪਰਲੇ ਫੋਲਡਸ ਪ੍ਰੈਜ਼ੈਂਟ ਹੁੰਦੇ ਆ, ਆ ਉੱਪਰਲੇ ਫੋਲਡਸ, ਇਹ ਉੱਪਰਲੇ ਫੋਲਡਸ ਹੁੰਦੇ ਆ ਗਾਇਰਸ ਦੇ। ਠੀਕ ਹੈ, ਅਤੇ ਆ ਜਿਹੜੇ ਨੀਚਲੇ ਫੋਲਡ ਹੁੰਦੇ ਜੋ ਅੰਦਰ ਨੂੰ ਫੋਲਡ ਹੈਗੇ ਆ, ਇਹ ਫੋਲਡ ਹੁੰਦੇ ਆ ਸਲਕਸ ਦੇ। ਉੱਪਰ ਨੀਚਲੇ ਫੋਲਡ ਹੁੰਦੇ ਆ ਸਲਕਸ ਦੇ, ਉੱਪਰਲੇ ਫੋਲਡ ਹੁੰਦੇ ਆ ਗਾਇਰਸ ਦੇ। ਕਹਿੰਦੇ ਕਿ ਜਿਹਦੇ ਬ੍ਰੇਨ ਵਿੱਚ ਜ਼ਿਆਦਾ ਗਾਇਰਸ ਹੋਣ ਨਾ, ਜ਼ਿਆਦਾ ਫੋਲਡ ਹੋਣ, ਉਹ ਓਨਾ ਇੰਟੈਲੀਜੈਂਟ ਹੁੰਦਾ। ਹੁਣ ਤੁਸੀਂ ਦੇਖ ਲਓ ਕਿ ਅਗਰ ਆਪਣੇ ਅੰਦਰ ਜ਼ਿਆਦਾ ਗਾਇਰਸ ਹੈ, ਆਪਾਂ ਜ਼ਿਆਦਾ ਇੰਟੈਲੀਜੈਂਟ ਹੋਵਾਂਗੇ। ਅਗਰ ਘੱਟ ਆਪਣੇ ਫੋਲਡਸ ਬਣਦੇ ਤਾਂ ਆਪਣੇ ਘੱਟ ਨਿਊਰੋਨਸ ਹੈ ਅਤੇ ਘੱਟ ਫੰਕਸ਼ਨ ਕਰੂਗਾ ਬ੍ਰੇਨ। ਠੀਕ ਹੈ, ਬਟ ਇਟ ਇਜ਼ ਓਨਲੀ ਅ ਮਿਥ, ਮਾਈਟ ਬੀ ਨਾਟ ਟਰੂ। ਕਲੀਅਰ। ਸੋ ਨੈਕਸਟ ਆ ਗਿਆ ਆਪਣੇ ਕੋਲ ਫੰਕਸ਼ਨਸ ਆਫ ਸੈਰੀਬਰਮ। ਹੁਣ ਸੈਰੀਬਰਮ ਦਾ ਕੀ ਫੰਕਸ਼ਨ ਹੈ। ਸੈਰੀਬਰਮ ਇਜ਼ ਅ ਸੀਟ ਆਫ ਇੰਟੈਲੀਜੈਂਸ। ਪਹਿਲੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਜੋ ਵੀ ਆਪਣੀ ਇੰਟੈਲੀਜੈਂਸ ਹੁੰਦੀ ਹੈ ਦਿਮਾਗ ਦੀ, ਉਹ ਮੇਨਲੀ ਕਾਹਦੇ ਕਰਕੇ ਰਿਸਪੋਂਸੀਬਲ ਹੈ, ਸੈਰੀਬਰਮ ਕਰਕੇ। ਜੋ ਵੀ ਕੌਨਸ਼ੀਅਸਨੈਸ ਆਪਣੀ ਜਾਂ ਵਿਲ ਪਾਵਰ ਹੈ, ਜੋ ਵੀ ਰੀਜ਼ਨਿੰਗ ਵਗੈਰਾ ਆਪਣੀ ਬ੍ਰੇਨ ਨੇ ਕਰਨੀ ਹੈ, ਇੰਸਟੈਂਟ ਥਿੰਕਿੰਗ ਕੁਛ ਕਰਨੀ ਆਪਾਂ, ਇਹ ਸਾਰਾ ਹੈਲਪਫੁਲ ਕਾਹਦੇ ਲਈ ਹੁੰਦੀ ਹੈ, ਸੈਰੀਬਰਮ। ਸੈਰੀਬਰਮ ਕਰਕੇ ਸਾਰਾ ਆਪਾਂ ਕੁਛ ਕਰ ਸਕਦੇ ਹਾਂ। ਸੈਰੀਬਰਮ ਜਿਹੜਾ ਹੈਗਾ ਉਹ ਆਪਣੇ ਸੈਂਸਰੀ ਪਰਸੈਪਸ਼ਨਸ ਲਈ ਵੀ ਇੰਪੋਰਟੈਂਟ ਹੈ। ਜਿਵੇਂ ਆਪਾਂ ਕੁਝ ਦੇਖਣਾ ਹੈ, ਸੁਣਨਾ ਹੈ, ਟੇਸਟ ਕਰਨਾ ਹੈ, ਸਮੈਲ ਕਰਨਾ ਹੈ, ਪੇਨ, ਪ੍ਰੈਸ਼ਰ, ਟੈਂਪਰੇਚਰ, ਇਹ ਸਾਰਾ ਕੁਛ ਵੀ ਰਿਸਪੋਂਸੀਬਲ ਕਾਹਦੇ ਕਰਕੇ ਹੈ, ਸੈਰੀਬਰਮ ਕਰਕੇ। ਠੀਕ ਹੈ, ਹਿਊਮਨ ਸੈਰੀਬਰਮ ਦੇ ਵਿੱਚ ਐਸਟੀਮੇਟ ਲਗਾਇਆ ਗਿਆ ਹੈ ਕਿ 9 ਬਿਲੀਅਨ ਨਿਊਰੋਨਸ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ, ਤਾਂ ਫੰਕਸ਼ਨਸ ਹੈ ਸੈਰੀਬਰਮ ਦੇ, ਥਿੰਕ ਕਰਨ ਲਈ ਯੂਜ਼ ਹੈ, ਮੈਮਰੀਜ਼ ਲਈ, ਸਮੈਲ ਲਈ, ਰੀਡਿੰਗ ਲਈ। ਤਾਂ ਜੋ ਵੀ ਮੇਨ ਫੰਕਸ਼ਨ ਹੋਣਾ ਹੈ ਉਹ ਸਾਰਾ ਕਿਹਦੇ ਥਰੂ ਹੋਣਾ ਹੈ, ਸੈਰੀਬਰਮ ਥਰੂ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਸੈਰੀਬਲਮ। ਸੈਰੀਬਲਮ ਕੀ ਹੁੰਦਾ ਹੈ, ਜਿਹੜਾ ਸਭ ਤੋਂ ਲੌਂਗੈਸਟ ਪਾਰਟ ਹੈ ਉਹ ਤਾਂ ਸੈਰੀਬਰਮ ਹੁੰਦਾ, ਸਭ ਤੋਂ ਮਤਲਬ ਕਿ ਜਿਹੜਾ ਵੱਡਾ ਪਾਰਟ ਹੁੰਦਾ ਬ੍ਰੇਨ ਦਾ। ਉਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਆ ਜਾਂਦਾ ਸੈਰੀਬਲਮ। ਠੀਕ ਹੈ, ਸੈਕਿੰਡ ਨੰਬਰ 'ਤੇ ਆਉਣ ਕਰਕੇ ਇਹਨੂੰ ਲਿਟਲ ਬ੍ਰੇਨ ਵੀ ਕਹਿਣ ਲੱਗ ਜਾਂਦੇ ਆ। ਇਹ ਹੁੰਦਾ ਜਿਹੜਾ ਸੈਰੀਬਰਮ ਦੀ ਬੈਕ ਸਾਈਡ 'ਤੇ ਹੁੰਦਾ। ਦੇਖੋ ਬ੍ਰੇਨ ਦੀ ਫੁੱਲ ਡਾਇਗਰਾਮ ਦੇਖੋ, ਬ੍ਰੇਨ ਦੀ ਫੁੱਲ ਡਾਇਗਰਾਮ 'ਤੇ ਇੱਥੇ ਨੀਚੇ, ਇੱਥੇ ਆਹ ਵਾਲੀ ਜਿਹੜੀ ਚੀਜ਼ ਹੈ ਇਹ ਹੁੰਦੀ ਹੈ ਆਪਣੀ ਸੈਰੀਬਲਮ। ਤਾਂ ਬ੍ਰੇਨ ਦੇ ਬੈਕ ਸਾਈਡ 'ਤੇ ਕੀ ਪ੍ਰੈਜ਼ੈਂਟ ਹੈ, ਸੈਰੀਬਰਮ ਦੇ ਬੈਕ ਸਾਈਡ 'ਤੇ ਕੀ ਪ੍ਰੈਜ਼ੈਂਟ ਹੈ, ਸੈਰੀਬਲਮ, ਜਿਹਨੂੰ ਸੈਕਿੰਡ ਬ੍ਰੇਨ ਵੀ ਕਹਿੰਦੇ ਆ। ਠੀਕ ਹੈ, ਇਹਨੂੰ ਲਿਟਲ ਬ੍ਰੇਨ ਵੀ ਕਹਿੰਦੇ ਆ। ਬੈਕ ਸਾਈਡ ਆਫ ਸੈਰੀਬਰਮ 'ਤੇ ਪ੍ਰੈਜ਼ੈਂਟ ਹੈ ਅਤੇ ਪਾਰਸ਼ਲੀ ਓਵਰਲੈਪਡ ਬਾਈ ਇਟ, ਥੋੜ੍ਹਾ ਜਿਹਾ ਮਤਲਬ ਓਵਰਲੈਪਡ ਹੁੰਦਾ ਸੈਰੀਬਰਮ ਨਾਲ, ਬਾਕੀ ਥੋੜ੍ਹਾ ਨੀਚੇ ਹੁੰਦਾ ਇਹਨੂੰ ਤੋਂ। ਆ ਦੇਖੋ ਨੀਚੇ ਇਹਨੂੰ। ਠੀਕ ਹੈ, ਅਤੇ ਅਟੈਚ ਕਾਹਦੇ ਨਾਲ ਹੁੰਦਾ, ਪੌਨਸ ਨਾਲ।
ਆਪਣੇ ਇੱਥੇ ਪੌਨਸ ਹੁੰਦੇ ਹੈ, ਮਿਡ ਬ੍ਰੇਨ ਹੁੰਦਾ ਹੈ, ਜਾਂ ਮੈਡੂਲਾ ਓਬਲਿੰਗੇਟਾ ਹੁੰਦਾ, ਸਾਰਾ ਕੁਛ ਦੱਸ ਦਿਆਂ ਕੀ ਕੁਛ ਹੁੰਦਾ। ਨੈਕਸਟ ਆ ਗਿਆ ਇਹਦੇ ਫੰਕਸ਼ਨਸ ਆਫ ਸੈਰੀਬਲਮ ਦਾ ਮੇਨ ਫੰਕਸ਼ਨ ਕੀ ਹੈ ਕਿ ਜਿਹੜੇ ਵੀ ਆਪਣੀ ਵੋਲੰਟੀਅਰ ਮੂਵਮੈਂਟ ਹੈ, ਜੋ ਵੀ ਆਪਾਂ ਆਪ ਕੰਟਰੋਲ ਕਰਦੇ ਹਾਂ, ਜਿਵੇਂ ਕਿ ਮਸਲਸ ਦੀ ਵੋਲੰਟੀਅਰ ਮੂਵਮੈਂਟ ਹੈ, ਜਾਂ ਬੋਡੀ ਬੈਲੈਂਸ ਬਣਾ ਕੇ ਰੱਖਣਾ, ਜਾਂ ਵਾਕ ਕਰਨਾ, ਸਵਿਮ ਕਰਨਾ, ਜੰਪ ਕਰਨਾ, ਇਹ ਸਾਰੇ ਜਿਹੜੇ ਵੋਲੰਟਰੀ ਮੂਵਮੈਂਟਸ ਹੈ ਉਹ ਕੌਣ ਕੰਟਰੋਲ ਕਰਦਾ ਹੈ? ਸੈਰੀਬਲਮ। ਠੀਕ ਹੈ, ਜਿਹੜਾ ਵੀ ਸਮੈਲ, ਟੇਸਟ, ਜੋ ਵੀ ਸਾਰੀ ਚੀਜ਼ਾਂ ਸੀ, ਮੇਨ ਫੰਕਸ਼ਨਸ ਉਹ ਸੈਰੀਬਰਮ ਕਰਦਾ ਸੀ। ਅਤੇ ਜਿਹੜੇ ਵੀ ਵੋਲੰਟੀਅਰ ਮੂਵਮੈਂਟਸ ਹੈ, ਜਿਹੜੇ ਆਪਾਂ ਆਪ ਖੁਦ ਕਰ ਸਕਦੇ ਹਾਂ, ਉਹ ਕਿਹੜੇ ਹੁੰਦੇ ਆ? ਸੈਰੀਬਲਮ ਥਰੂ ਕੰਟਰੋਲਡ ਹੁੰਦੇ ਆ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਮੈਡੂਲਾ ਓਬਲੋਂਗੇਟਾ। ਮੈਡੂਲਾ ਓਬਲੋਂਗੇਟਾ ਕੀ ਹੈ? ਜਿਹੜਾ ਆਪਣੀ ਬ੍ਰੇਨ ਦੇ ਮਤਲਬ ਕਿ ਪੋਸਟੀਰੀਅਰ ਮੋਸਟ ਪਾਰਟ ਹੈ ਬ੍ਰੇਨ ਦਾ। ਦੇਖੋ ਆਪਣੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਬ੍ਰੇਨ ਆ ਜਾਂਦਾ, ਜਿਹਦੇ ਵਿੱਚ ਸੈਰੀਬਰਮ ਆ ਜਾਊਗਾ ਉੱਪਰਲੀ ਸਾਈਡ 'ਤੇ, ਇਹਦੀ ਨੀਚਲੀ ਸਾਈਡ 'ਤੇ ਆ ਜਾਊਗਾ ਸੈਰੀਬਲਮ। ਉਦੋਂ ਬਾਅਦ ਜਿਵੇਂ ਜਿਵੇਂ ਆਪਾਂ ਨੀਚੇ ਜਾਈ ਜਾਵਾਂਗੇ ਤੇ ਪੋਨਸ ਆ ਜਾਣਗੇ, ਪੋਨਸ ਤੋਂ ਨੀਚੇ ਆ ਕੇ ਇੱਕ ਮਿਡ ਬ੍ਰੇਨ ਆਉਂਦਾ ਹੁੰਦਾ, ਉਸ ਤੋਂ ਨੀਚੇ ਆ ਕੇ ਮੈਡੂਲਾ ਓਬਲੋਂਗੇਟਾ ਆਉਂਦਾ। ਠੀਕ ਹੈ, ਮਤਲਬ ਇਹ ਨੀਚੇ ਜਾ ਕੇ ਆਊਗਾ, ਹਲੇ ਸਪਾਈਨਲ ਕਾਰਡ ਨਾਲ ਅਟੈਚਡ ਹੁੰਦਾ ਹੈ। ਸਪਾਈਨਲ ਕਾਰਡ ਅਤੇ ਇੱਥੇ ਦੋਨੋਂ ਅਟੈਚ ਹੁੰਦੇ ਆ। ਕਲੀਅਰ, ਮੈਡੂਲਾ ਓਬਲੋਂਗੇਟਾ। ਨੈਕਸਟ ਆ ਗਿਆ ਇਹਦਾ ਫੰਕਸ਼ਨ ਕੀ ਹੈ ਮੈਡੂਲਾ ਓਬਲੋਂਗੇਟਾ ਦਾ? ਇਹ ਜਿਹੜੀਆਂ ਵੀ ਇਨਵੋਲੰਟੀਅਰ ਐਕਟੀਵਿਟੀਜ਼ ਹੈ, ਜਿਹੜੇ ਵੀ ਆਪਣੇ ਇੰਟਰਨਲ ਜਿਵੇਂ ਔਰਗਨਸ ਦੇ ਐਕਟੀਵਿਟੀਜ਼ ਹੈ, ਮੰਨ ਲਓ ਆਪਣੀ ਹਾਰਟ ਬੀਟ ਹੋਣੀ ਹੈ, ਜੋ ਵੀ ਐਲੀਮੈਂਟਰੀ ਕੈਨਾਲ ਨੇ ਫੰਕਸ਼ਨ ਕਰਨਾ ਹੈ, ਇਹ ਸਾਰਾ ਕੁਛ ਕੀ ਹੈ? ਇਨਵੋਲੰਟਰੀ ਐਕਟੀਵਿਟੀਜ਼ ਹੁੰਦੀਆਂ, ਅਤੇ ਇਹ ਮੈਡੂਲਾ ਓਬਲੋਂਗੇਟਾ ਕੀ ਹੈ? ਕੰਟਰੋਲ ਕਰਦਾ ਹੈ। ਠੀਕ ਹੈ, ਕੀ ਕੁਛ ਕਰਦਾ ਹੈ? ਆਪਣੀ ਬਰੀਥਿੰਗ ਮੂਵਮੈਂਟ ਨੂੰ ਰੈਗੂਲੇਟ ਕਰਕੇ ਰੱਖਦਾ ਹੈ, ਹਾਰਟ ਬੀਟ ਨੂੰ, ਜੋ ਵੀ ਆਪਾਂ ਫੂਡ ਵਗੈਰਾ ਸਵੈਲੋ ਕਰਨਾ ਹੈ, ਜੋ ਵੀ ਆਪਣੀ ਐਲੀਮੈਂਟਰੀ ਕੈਨਾਲ ਦੀ ਜਾਂ ਆਪਣੀ ਓਸੋਫੇਗਸ ਦੀ ਪੈਰਾਸਲੈਟਿਕ ਮੂਵਮੈਂਟ ਹੋਣੀ ਹੈ, ਠੀਕ ਹੈ, ਜਿਹਦੇ ਨਾਲ ਆਪਣਾ ਫੂਡ ਅੰਦਰ ਜਾਂਦਾ ਹੈ, ਉਹ ਸਾਰਾ ਕੁਛ ਕੀ ਹੈ? ਆਪਣਾ ਮੈਡੂਲਾ ਓਬਲੋਂਗੇਟਾ ਮਤਲਬ ਪ੍ਰੋਪਰਲੀ ਕੰਮ ਕਰਦਾ ਹੈ। ਅਗਰ ਬੰਦੇ ਦੇ ਵਿੱਚ ਮੈਡੂਲਾ ਓਬਲੋਂਗੇਟਾ ਪ੍ਰੋਪਰਲੀ ਕੰਮ ਨਹੀਂ ਕਰਦਾ, ਜਾਂ ਉਹ ਖਰਾਬ ਹੋਇਆ ਵਾ, ਇੰਜਰੀ ਹੋਈ ਵੀ ਹੈ, ਤਾਂ ਉਹ ਪਰਸਨ ਦੀ ਡੈਥ ਹੋ ਜੂਗੀ, ਕਿਉਂਕਿ ਕੋਈ ਵੀ ਆਪਣਾ ਕੋਈ ਹਾਰਟ ਨਹੀਂ ਕੰਮ ਕਰਨਾ, ਆਪਣਾ ਕੋਈ ਫੂਡ ਵਗੈਰਾ ਨਹੀਂ ਸਵੈਲੋ ਹੋਣਾ, ਤਾਂ ਫਿਰ ਉਹ ਪਰਸਨ ਦੀ ਡੈਥ ਹੋ ਸਕਦੀ ਹੈ ਜੇ ਉਹਦਾ ਮੈਡੂਲਾ ਓਬਲੋਂਗੇਟਾ ਕੰਮ ਨਾ ਕਰੇ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਸਪਾਈਨਲ ਕਾਰਡ। ਸਪਾਈਨਲ ਕਾਰਡ ਕੀ ਹੈ? ਮੈਡੂਲਾ ਓਬਲੋਂਗੇਟਾ ਤੋਂ ਬਾਅਦ ਨੀਚੇ ਜਾ ਕੇ ਕੀ ਹੁੰਦਾ ਹੈ? ਸਪਾਈਨਲ ਕਾਰਡ। ਸਪਾਈਨਲ ਕਾਰਡ ਕਿੱਥੋਂ ਐਕਸਟੈਂਡ ਹੁੰਦਾ ਹੈ? ਮੈਡੂਲਾ ਤੋਂ ਲੈ ਕੇ, ਮੈਡੂਲਾ ਆਫ ਦਾ ਬ੍ਰੇਨ ਜੋ ਪਿੱਛੇ ਪੜਿਆ ਸੀ ਮੈਡੂਲਾ ਓਬਲੋਂਗੇਟਾ, ਉੱਥੋਂ ਸ਼ੁਰੂ ਹੁੰਦਾ ਹੈ, ਅਤੇ ਨੀਚੇ ਸਭ ਤੋਂ ਲਾਸਟ ਜਿਹੜਾ ਹੁੰਦਾ ਲੰਬਰਰ ਰੀਜਨ, ਜਿਹੜਾ ਫਸਟ ਐਂਡ ਸੈਕਿੰਡ ਲੰਬਰਰ ਰੀਜਨ ਤੱਕ ਹੁੰਦਾ, ਉੱਥੋਂ ਤੱਕ ਅਟੈਚ ਹੋਊਗਾ। ਕਾਹਦੇ ਥਰੂ ਅਟੈਚ ਹੁੰਦਾ? ਨਿਊਰਲ ਕੈਨਾਲ ਆਫ ਵਰਟੀਬਲ ਕਾਲਮ। ਪੂਰਾ ਨਿਊਰਲ ਕੈਨਾਲ ਹੁੰਦਾ ਇੱਥੇ। ਵਰਟੀਬਲ ਕਾਲਮ ਜਿਹੜਾ ਮਤਲਬ ਕਿ ਬੈਕਬੋਨ ਨੂੰ ਪ੍ਰੋਟੈਕਟ ਕਰਕੇ ਰੱਖਦਾ, ਉਹ ਵਰਟੀਬਲ ਕਾਲਮ ਹੁੰਦਾ, ਜਿਹੜਾ ਨੂੰ ਕੁਸ਼ਨ ਪ੍ਰੋਵਾਈਡ ਕਰਦਾ। ਤਾਂ ਉਹਦੇ ਥਰੂ ਕੀ ਹੈ? ਪ੍ਰੋਪਰਲੀ ਆਪਣੀ ਬ੍ਰੇਨ ਤੋਂ ਲੈ ਕੇ, ਮੈਡੂਲਾ ਤੋਂ ਲੈ ਕੇ ਨੀਚੇ ਲੁਬਰਲ ਰੀਜਨ ਤੱਕ ਪ੍ਰੈਜ਼ੈਂਟ ਹੋਊਗਾ ਵਰਟੀਬਲ ਕਾਲਮ ਦੇ ਥਰੂ। ਠੀਕ ਹੈ, ਵਰਟੀਬਲ ਕਾਲਮ ਦਾ ਕੰਮ ਕੀ ਹੈ? ਮੈਂ ਤੁਹਾਨੂੰ ਵੈਸੇ ਦੱਸ ਚੁੱਕੀ ਹਾਂ। ਵਰਟੀਬਲ ਕਾਲਮ ਦਾ ਕੰਮ ਕੀ ਹੈ? ਆਪਣੀ ਸਪਾਈਨਲ ਕਾਰਡ ਨੂੰ ਇੰਜਰੀ ਤੋਂ ਬਚਾਉਣਾ। ਠੀਕ ਹੈ, ਆਪਣੀ ਸਪਾਈਨਲ ਕਾਰਡ ਨੂੰ ਇੰਜਰੀ ਤੋਂ ਕੌਣ ਬਚਾਉਂਦਾ? ਵਰਟੀਬਲ ਕਾਲਮ। ਠੀਕ ਹੈ, ਜਿਹੜਾ ਸਪਾਈਨਲ ਕਾਰਡ ਹੁੰਦਾ ਉਹਦੇ ਵਿੱਚ ਗ੍ਰੇ ਅਤੇ ਵਾਈਟ ਮੈਟਰ ਪ੍ਰੈਜ਼ੈਂਟ ਹੁੰਦਾ। ਤੁਹਾਨੂੰ ਦੱਸਦਾ ਗ੍ਰੇ ਅਤੇ ਵਾਈਟ ਮੈਟਰ ਕੀ ਹੁੰਦਾ, ਬਟ ਇਹਦਾ ਗ੍ਰੇ ਅਤੇ ਵਾਈਟ ਮੈਟਰ ਹੁੰਦਾ ਉਹ ਰਿਵਰਸ ਹੁੰਦਾ ਬ੍ਰੇਨ ਦਾ। ਠੀਕ ਹੈ, ਰਿਵਰਸ ਕਿਉਂ ਹੁੰਦਾ ਬ੍ਰੇਨ ਦਾ? ਕਿਉਂਕਿ ਵੈਸੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਗ੍ਰੇ ਮੈਟਰ ਹੁੰਦਾ ਉਹ ਕੀ ਹੁੰਦਾ? ਆਊਟਲਾਈਨ 'ਤੇ ਪ੍ਰੈਜ਼ੈਂਟ ਹੁੰਦਾ, ਅਤੇ ਵਾਈਟ ਮੈਟਰ ਇਨਸਾਈਡ ਪ੍ਰੈਜ਼ੈਂਟ ਹੁੰਦਾ। ਬ੍ਰੇਨ ਦੇ ਆਊਟਸਾਈਡ 'ਤੇ ਹੁੰਦਾ ਗ੍ਰੇ, ਇਨਸਾਈਡ ਹੁੰਦਾ ਵਾਈਟ, ਬਟ ਇਹਦੇ ਵਿੱਚ ਪੁੱਠਾ ਹੁੰਦਾ। ਇਹਦੇ ਵਿੱਚ ਕੀ ਹੈ? ਜਿਹੜਾ ਗ੍ਰੇ ਮੈਟਰ ਹੁੰਦਾ ਉਹ ਪ੍ਰੈਜ਼ੈਂਟ ਹੁੰਦਾ ਅੰਦਰ, ਜਿਹੜਾ ਅੰਦਰ ਐਚ ਸ਼ੇਪਡ ਰੀਜਨ ਹੈ, ਅੰਦਰ ਪ੍ਰੈਜ਼ੈਂਟ ਹੋਊਗਾ ਇਹਦੇ ਗ੍ਰੇ ਮੈਟਰ, ਅਤੇ ਬਾਹਰ ਪੈਰੀਫਰ ਦਾ ਮਤਲਬ ਹੁੰਦਾ ਬਾਹਰਲੀ ਆਊਟਲਾਈਨ ਪੈਰੀਫਰਲ ਦਾ ਮਤਲਬ, ਅਤੇ ਬਾਹਰਲੀ ਆਊਟਲਾਈਨ 'ਤੇ ਕੀ ਪ੍ਰੈਜ਼ੈਂਟ ਹੋਊਗਾ? ਵਾਈਟ ਮੈਟਰ। ਤਾਂ ਕਨਫਿਊਜ਼ ਨਹੀਂ ਹੋਣਾ, ਬ੍ਰੇਨ ਦੇ ਆਊਟਰ ਲਾਈਨ 'ਤੇ ਕੀ ਪ੍ਰੈਜ਼ੈਂਟ ਹੁੰਦਾ? ਗ੍ਰੇ, ਅੰਦਰ ਕੀ ਹੁੰਦਾ? ਵਾਈਟ। ਬਟ ਸਪਾਈਨਲ ਕਾਰਡ ਪੁੱਠਾ ਹੁੰਦਾ, ਸਪਾਈਨਲ ਕਾਰਡ ਦੇ ਉੱਪਰਲੀ ਵਿੱਚ ਹੁੰਦਾ ਵਾਈਟ, ਅੰਦਰਲੀ ਐਚ ਸ਼ੇਪ ਦੇ ਵਿੱਚ ਕੀ ਹੁੰਦਾ? ਆਪਣਾ ਗ੍ਰੇ ਮੈਟਰ। ਠੀਕ ਹੈ, ਤਾਂ ਨੈਕਸਟ ਆ ਗਿਆ ਆਪਣੇ ਕੋਲ ਫੰਕਸ਼ਨਸ ਆਫ ਸਪਾਈਨਲ ਕਾਰਡ। ਹੁਣ ਸਪਾਈਨਲ ਕਾਰਡ ਦਾ ਕੀ ਫੰਕਸ਼ਨ ਹੈ? ਜਿਹੜੇ ਵੀ ਆਪਣੇ ਰਿਫਲੈਕਸ ਐਕਸ਼ਨਸ ਹੈ, ਹੁਣ ਦੇਖੋ ਜਿਵੇਂ ਮੰਨ ਲਓ ਆਪਾਂ ਕੋਈ ਵੀ ਗਰਮ ਚੀਜ਼ ਨੂੰ ਹੱਥ ਲਗਾਇਆ, ਗਰਮ ਚੀਜ਼ ਨੂੰ ਹੱਥ ਲਗਾਉਣ 'ਤੇ ਆਪਣੇ ਸੈਂਸਰੀ ਨਰਵਸ ਹੈ, ਜਿਹੜੇ ਸੈਂਸਰੀ ਨਿਊਰੋਨਸ ਹੈ, ਜਿਹੜੇ ਉਹ ਬ੍ਰੇਨ ਤੱਕ ਮੈਸੇਜ ਭੇਜਦੇ ਆ, ਫਿਰ ਬ੍ਰੇਨ ਤੋਂ ਫਿਰ ਆਪਣੇ ਵਾਪਸ ਆਉਂਦੇ ਆ ਮੋਟਰ ਨਿਊਰੋਨਸ ਥਰੂ ਸਪਾਈਨਲ ਕਾਰਡ ਹੀ। ਤਾਂ ਸਪਾਈਨਲ ਕਾਰਡ ਜੋ ਵੀ ਰਿਫਲੈਕਸ ਐਕਸ਼ਨਸ ਵਗੈਰਾ ਉਹਨਾਂ ਨੂੰ ਕੰਟਰੋਲ ਕਰਵਾਉਣ ਲਈ ਹੈਲਪਫੁਲ ਹੁੰਦਾ। ਜਿਹੜੇ ਵੀ ਆਪਣੀ ਇਨਵੋਲੰਟਰੀ ਐਕਟੀਵਿਟੀਜ਼ ਹੈ, ਜਿਵੇਂ ਹਾਰਟ ਬੀਟ, ਸੈਕਰੀਸ਼ਨ, ਬਰੀਦਿੰਗ, ਇਹ ਸਾਰਾ ਵੀ ਕੌਣ ਕੰਟਰੋਲ ਕਰਦਾ? ਸਪਾਈਨਲ ਕਾਰਡ ਕਰਦਾ। ਸਪਾਈਨਲ ਕਾਰਡ ਕੀ ਕਰਦਾ? ਆਪਣੇ ਸੈਂਸਰੀ ਇੰਪਲਸ ਨੂੰ ਬਾਡੀ ਤੋਂ ਲੈਂਦਾ। ਵੈਸੇ ਪਹਿਲਾਂ ਦੱਸ ਚੁੱਕੀ ਹਾਂ ਕਿ ਆਪਣੇ ਸੈਂਸਰੀ ਇੰਪਲਸ, ਸੈਂਸਰੀ ਨਰਵਸ ਤੋਂ ਕੀ ਹੈ? ਮੈਸੇਜ ਲਊਗਾ,
ਉਹਨੂੰ ਬ੍ਰੇਨ ਤੱਕ ਪਹੁੰਚਾਊਗਾ ਅਤੇ ਫਿਰ ਬ੍ਰੇਨ ਕੀ ਕਰੂਗਾ, ਮੋਟਰ ਇੰਪਲਸ ਦੇ ਥਰੂ ਆਪਣੇ ਮਸਲਸ ਤੱਕ ਬੈਕ ਪਹੁੰਚਾ ਦਊਗਾ। ਠੀਕ ਹੈ, ਕਲੀਅਰ ਹੋ ਗਿਆ ਨਾ ਫੰਕਸ਼ਨਸ ਕੀ ਇਹਦੇ। ਆ ਦੇਖੋ ਜਿਵੇਂ ਇਹਦੇ ਵਿੱਚ ਇਨਸਾਈਡ ਦੇ ਵਿੱਚ ਪ੍ਰੈਜ਼ੈਂਟ ਹੈ ਗ੍ਰੇ ਮੈਟਰ, ਇਹਦੇ ਕ੍ਰੋਸ ਸੈਕਸ਼ਨ ਦਿਖਾਇਆ ਹੋਇਆ ਆਪਾਂ ਨੂੰ ਸਪਾਈਨਲ ਕਾਰਡ ਦਾ। ਅੰਦਰ ਪ੍ਰੈਜ਼ੈਂਟ ਹੁੰਦਾ ਐਚ ਸ਼ੇਪਡ ਵਿੱਚ ਪ੍ਰੈਜ਼ੈਂਟ ਹੁੰਦਾ ਗ੍ਰੇ ਮੈਟਰ, ਅਤੇ ਆਊਟਸਾਈਡ ਇੱਥੇ ਪ੍ਰੈਜ਼ੈਂਟ ਹੁੰਦਾ ਆਪਣੇ ਕੋਲ ਵਾਈਟ ਮੈਟਰ, ਆ ਰਿਹਾ ਵਾਈਟ ਮੈਟਰ। ਠੀਕ ਹੈ, ਇਹ ਆਪੋਜ਼ਿਟ ਹੁੰਦਾ ਜਸਟ ਐਜ਼ ਅ ਬ੍ਰੇਨ। ਨੈਕਸਟ ਆ ਗਿਆ ਆਪਣੇ ਕੋਲ ਪੈਰੀਫਰਲ ਨਰਵਸ ਸਿਸਟਮ। ਪੈਰੀਫਰਲ ਨਰਵਸ ਸਿਸਟਮ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਤਾਂ ਆਪਾਂ ਬ੍ਰੇਨ, ਜੋ ਵੀ ਆਪਾਂ ਸੈਂਟਰਲ ਨਰਵਸ ਸਿਸਟਮ 'ਚ ਪੜ੍ਹਿਆ ਸੀ, ਸੈਂਟਰਲ ਨਰਵਸ ਸਿਸਟਮ 'ਚ ਆਪਾਂ ਕੀ ਪੜ੍ਹਿਆ ਸੀ ਕਿ ਬ੍ਰੇਨ ਅਤੇ ਸਪਾਈਨਲ ਕਾਰਡ ਨੂੰ ਜੋੜ ਕੇ ਆਪਣਾ CNS ਬਣਦਾ, ਸੈਂਟਰਲ ਨਰਵਸ ਸਿਸਟਮ। ਹੁਣ ਬ੍ਰੇਨ ਅਤੇ ਸਪਾਈਨਲ ਕਾਰਡ ਨੂੰ ਤਾਂ ਛੱਡ ਦਿਓ, ਆਹ ਬ੍ਰੇਨ ਅਤੇ ਸਪਾਈਨਲ ਕਾਰਡ ਨੂੰ ਛੱਡ ਦਿਓ, ਤਾਂ ਉਹ ਜਿੰਨੀਆਂ ਵੀ ਆਊਟਲਾਈਨ ਵਿੱਚ ਆਪਣੀਆਂ ਨਰਵਸ ਦਿਖ ਰਹੀਆਂ ਤੁਹਾਨੂੰ, ਜਿੰਨੀਆਂ ਵੀ ਆਊਟਲਾਈਨ ਵਿੱਚ ਨਰਵਸ ਦਿਖ ਰਹੀਆਂ, ਉਹ ਸਾਰੀਆਂ ਕਾਹਤੋਂ ਬਣੀਆਂ ਹੁੰਦੀਆਂ, ਪੈਰੀਫਰਲ ਨਰਵਸ ਸਿਸਟਮ ਤੋਂ। ਦੇਖੋ ਪੈਰੀਫਰਲ ਨਰਵਸ ਸਿਸਟਮ ਵਿੱਚ ਸਾਰੀਆਂ ਨਰਵਸ ਆ ਜਾਂਦੀਆਂ ਜਿਹੜੀਆਂ ਆਪਣੀਆਂ ਬ੍ਰੇਨ ਤੋਂ ਲੈ ਕੇ ਸਪਾਈਨਲ ਕਾਰਡ ਤੱਕ ਅਰਾਈਜ਼ ਹੁੰਦੀਆਂ। ਵੀ ਇੱਥੋਂ ਜਿੰਨੀਆਂ ਵੀ ਨਰਵਸ ਹੈ, ਇਨਸਾਈਡ ਪਾਰਟ ਨਹੀਂ ਦੇਖਣਾ, ਬ੍ਰੇਨ ਦਾ ਕੁਛ ਇਨਸਾਈਡ ਨਹੀਂ ਦੇਖਣਾ, ਸਪਾਈਨਲ ਕਾਰਡ ਦਾ ਕੁਛ ਇਨਸਾਈਡ ਨਹੀਂ ਦੇਖਣਾ, ਸਿਰਫ ਜੋ ਆਪਣੀਆਂ ਨਰਵਸ ਆ ਰਹੀਆਂ ਉਹ ਨਰਵਸ ਨੂੰ ਦੇਖਣਾ ਹੈ। ਤਾਂ ਸਾਰੀਆਂ ਨਰਵਸ ਨੂੰ ਕੰਪੋਜ਼ ਕਰਕੇ ਕੌਣ ਬਣਿਆ ਹੁੰਦਾ ਹੈ, ਪੈਰੀਫਰਲ ਨਰਵਸ ਸਿਸਟਮ ਜਾਂ PNS। ਠੀਕ ਹੈ, ਦੇ ਕਨੈਕਟ ਦਾ ਸੈਂਟਰਲ ਨਰਵਸ ਸਿਸਟਮ ਟੂ ਆਲ ਪਾਰਟਸ ਆਫ ਦਾ ਬੋਡੀ। ਹੁਣ ਆਪਣਾ ਜਿਹੜਾ ਸੈਂਟਰਲ ਨਰਵਸ ਸਿਸਟਮ ਹੈ, ਬ੍ਰੇਨ ਅਤੇ ਆਪਣਾ ਜਿਹੜਾ ਸਪਾਈਨਲ ਕਾਰਡ ਹੈ, ਉਹ ਸਾਰੇ ਬੋਡੀ ਨਾਲ ਕਨੈਕਟ ਕੌਣ ਕਰਦਾ, ਆਪਣਾ PNS, ਕਿਉਂਕਿ ਨਰਵਸ ਹੀ ਆਪਣੇ ਕਨੈਕਟ ਕਰਨਗੀਆਂ, ਅਤੇ ਨਰਵਸ ਕਾਹਦੇ ਕਰਕੇ ਹੁੰਦੀਆਂ, ਪੈਰੀਫਰਲ ਨਰਵਸ ਸਿਸਟਮ ਵਿੱਚ ਹੁੰਦੀਆਂ। ਤਾਂ ਆਪਣੀ ਬੋਡੀ ਦੇ ਵਿੱਚ ਮੇਨਲੀ 12 ਪੇਅਰਸ ਹੁੰਦੇ ਆ ਕਰੈਨੀਅਲ ਨਰਵਸ ਦੇ, ਅਤੇ 31 ਪੇਅਰਸ ਹੁੰਦੇ ਆ ਸਪਾਈਨਲ ਨਰਵਸ ਦੇ। ਠੀਕ ਹੈ, ਕਰੈਨੀਅਲ ਨਰਵਸ ਕਿਹੜੇ ਹੁੰਦੇ ਆ, ਜਿਹੜੇ ਨਰਵਸ ਆਪਣੇ ਬ੍ਰੇਨ ਤੋਂ ਲੈ ਕੇ ਡਿਫਰੈਂਟ ਪਾਰਟਸ ਤੱਕ ਜਾਊਗੀ। ਆ ਦੇਖੋ ਮੈਂ ਅੱਗੇ ਲਿਖਿਆ ਹੋਇਆ ਕਰੈਨੀਅਲ ਨਰਵਸ ਹੈ ਜਿਹੜੇ ਆਪਣੇ ਬ੍ਰੇਨ ਤੋਂ ਲੈ ਕੇ, ਸਾਰੇ ਨਰਵਸ ਬ੍ਰੇਨ ਤੋਂ ਸ਼ੁਰੂ ਹੋ ਕੇ ਡਿਫਰੈਂਟ ਪਾਰਟਸ ਆਫ ਬਾਡੀ ਤੱਕ ਜਾਣਗੇ ਹੈੱਡ ਦੇ, ਉਹਨੂੰ ਬੋਲਦੇ ਆਪਾਂ ਕਰੈਨੀਅਲ ਨਰਵਸ। ਸਪਾਈਨਲ ਨਰਵਸ ਕਿਹੜੇ ਹੁੰਦੇ, ਜਿਹੜੇ ਆਪਣੇ ਸਪਾਈਨਲ ਕਾਰਡ ਤੋਂ ਸ਼ੁਰੂ ਹੋ ਕੇ ਡਿਫਰੈਂਟ ਪਾਰਟਸ ਜਾਂਦੇ ਆ, ਬਟ ਇਹਦੇ 'ਚ ਹੈੱਡ ਨਹੀਂ ਆਊਗਾ। ਕਰੈਨੀਅਲ ਨਰਵਸ ਕੀ ਕਰੂਗਾ, ਬ੍ਰੇਨ ਤੋਂ ਲੈ ਕੇ ਡਿਫਰੈਂਟ ਪਾਰਟਸ ਤੱਕ ਜਾਊਗਾ ਵਿਦ ਹੈੱਡ, ਬਟ ਸਪਾਈਨਲ ਨਰਵਸ ਸਪਾਈਨਲ ਕਾਰਡ ਤੋਂ ਲੈ ਕੇ ਸਾਰੀਆਂ ਬ੍ਰੇਨਸ ਆਪਣੀ ਬੋਡੀ ਪਾਰਟ ਤੱਕ ਜਾਣਗੀਆਂ, ਬਟ ਹੈੱਡ ਵਿੱਚ ਨਹੀਂ ਜਾਣਗੀਆਂ। ਠੀਕ ਹੈ, ਤਾਂ ਜਿਹੜੀ ਸਪਾਈਨਲ ਨਰਵ ਹੁੰਦੀ ਹੈ ਇੱਥੇ, ਜਿਹੜੀਆਂ ਸਪਾਈਨਲ ਨਰਵ ਹੈ, ਜਿਹੜੇ 31 ਪੇਅਰਸ ਹੈ, ਇਹਦੇ ਵਿੱਚ ਦੋਨੋਂ ਹੀ ਆ ਜਾਂਦੇ ਆ, ਮਿਕਸਡ ਟਾਈਪ ਹੀ ਹੁੰਦੇ ਆ, ਸੈਂਸਰੀ ਵੀ ਹੁੰਦੇ ਆ ਅਤੇ ਮੋਟਰ ਵੀ ਹੁੰਦੇ ਆ। ਵੀ ਸੈਂਸਰੀ ਨਰਵਸ ਵੀ ਸਾਰੀਆਂ ਆ ਜਾਂਦੀਆਂ ਇਹਦੇ ਵਿੱਚ, ਅਤੇ ਮੋਟਰ ਨਰਵਸ ਵੀ ਆ ਜਾਂਦੀਆਂ, ਮਤਲਬ ਇਹ ਉੱਪਰ ਬ੍ਰੇਨ ਤੱਕ ਵੀ ਮੈਸੇਜ ਪਹੁੰਚਾਉਂਦੀ ਹੈ, ਫਿਰ ਬ੍ਰੇਨ ਤੋਂ ਨੀਚੇ ਤੱਕ ਵੀ ਸਾਰੀਆਂ ਇਹੀ ਨਰਵਸ ਹੈਲਪਫੁਲ ਹੁੰਦੀਆਂ। ਕਲੀਅਰ।